Hey there everyone, Vandana here and welcome to my YouTube channel। ਅੱਜ ਆਪਾਂ ਕੰਪਿਊਟਰ ਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਜੋ ਕਿ ਮੈਮਰੀ ਮੈਨੇਜਮੈਂਟ ਹੈ ਉਹਦੇ ਬਾਰੇ ਵਿੱਚ ਪੜਾਂਗੇ। ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ ਇਸ ਟੌਪਿਕ ਤੋਂ ਲਿਟਰਲੀ 2 ਜਾਂ 3 ਕੁਐਸਚਨਸ ਐਗਜ਼ਾਮਸ ਦੇ ਵਿੱਚ ਆਉਂਦੇ ਹੈ ਤੇ ਇਹ ਬੜਾ ਹੀ ਇੰਪੋਰਟੈਂਟ ਐਜ਼ ਵੈਲ ਐਜ਼ ਈਜ਼ੀ ਟੌਪਿਕ ਹੈ। ਤੁਸੀਂ ਇਸ ਨੂੰ ਕਹਿ ਸਕਦੇ ਹੋ ਕਿ ਕੁਝ ਪੁਆਇੰਟਸ ਨੂੰ ਨੋਟ ਕਰਕੇ ਤੁਸੀਂ ਕਾਫੀ ਅੱਛਾ ਸਕੋਰ ਕਰ ਸਕਦੇ ਹੋ ਇਸ ਮੈਮਰੀ ਦੇ ਯੂਨਿਟ ਵਿੱਚੋਂ। ਓਕੇ, ਹੁਣ ਇਹ ਜੋ ਚਾਰਟ ਹੈ ਇਹ ਆਪਣੇ ਵਿੱਚ ਇੱਕ ਕੁਐਸਚਨ ਨੂੰ डिस्क्राइब करता है, जिमें कि लेवल्स मेमोरी लेवल्स की हैं। ठीक है, मेमोरी हिरार्की है कि लेवल बाय लेवल की पहले जो फास्ट मेमोरी है, ठीक है, देन स्लो, फिर स्लो। ओके, ਹੁਣ ਦੇਖੋ ਸਭ ਤੋਂ ਉੱਪਰ ਫਾਸਟੈਸਟ ਦੇ ਵਿੱਚ ਕੀ ਆਉਂਦੇ ਆ ਆਪਣੇ CPU ਰਜਿਸਟਰਸ, ਦੈਨ ਉਸ ਤੋਂ ਬਾਅਦ ਕੀ ਆਪਣੇ ਕੋਲ ਕੈਸ਼ੇ ਮੈਮਰੀ ਹੈ, ਦੈਨ ਮੇਨ ਮੈਮਰੀ ਹੈ, ਦੈਨ ਮੈਗਨੈਟਿਕ ਡਿਸਕ ਜਿਸ ਨੂੰ ਆਪਾਂ ਡਿਸਕ ਸਟੋਰੇਜ ਵੀ ਕਹਿੰਦੇ ਆ, ਫਿਰ ਆਪਟੀਕਲ ਡਿਸਕ ਹੈ ਤੇ ਮੈਗਨੈਟਿਕ ਟੇਪ ਹੈ। ਹੁਣ ਇਹਦੇ ਵਿੱਚੋਂ ਕੁਐਸਚਨ ਕਿਵੇਂ ਐਕਸਪੈਕਟ ਕੀਤਾ ਜਾਏਗਾ, ਆਪਾਂ ਨੂੰ ਇਹ ਸਪੋਜ਼ ਕਰੋ ਕਿ ਉੱਪਰ ਵਾਲੀ 4 ਮੈਮਰੀਜ਼ ਦੇ ਸਕਦਾ ਹੈ ਤੇ ਕਹਿ ਸਕਦਾ ਹੈ ਕਿ ਇਹਨੂੰ ਅਰੇਂਜ ਕਰੋ ਫਰੋਮ ਦ ਫਾਸਟੈਸਟ ਟੂ ਸਲੋਐਸਟ। ਠੀਕ ਹੈ, ਤੇ ਫਾਸਟੈਸਟ ਦੇ ਵਿੱਚ ਸਭ ਤੋਂ ਪਹਿਲੇ ਰਜਿਸਟਰ ਹੈ। ਠੀਕ ਹੈ, ਦੈਨ ਆਪਣੇ ਕੋਲ ਕੀ ਹੈ ਮੇਨ ਮੈਮਰੀ, कैशे, then main memory and then secondary memory। ओके, ये फर्स्ट क्वेश्चन की हो गया स्पीड के अकॉर्डिंग, राइट, ये क्वेश्चन पूछ सकता है। दूसरा क्वेश्चन आ सकता है कोस्ट के अकॉर्डिंग। देखो कोस्ट के अकॉर्डिंग अपने को की रहेगी, कोस्ट के अकॉर्डिंग जो सेकेंडरी मैमरी है आ की है सस्ती है ਤੇ जो रजिस्टर मैमरी है वो की है एक्सपेंसिव है। ठीक है, तो आप कह सकते हैं कि ਕੋਸਟ ਇਹਦੀ ਹਾਈ ਹੈ ਤੇ ਇਹਦੀ ਲੋ ਹੈ। ਓਕੇ, ਠੀਕ ਹੈ, ਤੇ ਐਸੇ ਕੁਐਸਚਨਸ ਤੁਹਾਨੂੰ ਪੇਪਰ ਦੇ ਵਿੱਚ ਨਾਰਮਲੀ ਪੁੱਛੇ ਜਾਂਦੇ ਆ। ਓਕੇ, ਨਾਓ ਲੈਟਸ ਮੂਵ ਟੂ ਦ ਨੈਕਸਟ ਸਲਾਈਡ। ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਸਲਾਈਡ। ਠੀਕ ਹੈ, ਤਾਂ ਬੇਸਿਕਲੀ ਕੀ ਕਹਿ ਰਿਹਾ ਹੈ ਕਿ ਮੈਮਰੀ ਨੂੰ ਆਪਾਂ ਬਰੋਡਲੀ 2 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਦ ਵੈਰੀ ਫਸਟ ਇਜ਼ ਦ ਪ੍ਰਾਇਮਰੀ ਮੈਮਰੀ ਤੇ ਸੈਕਿੰਡ ਕੀ ਆਪਣੇ ਕੋਲ ਸੈਕੰਡਰੀ ਮੈਮਰੀ। ਹੁਣ ਇੱਕ ਕੁਐਸਚਨ ਆ ਸਕਦਾ ਹੈ ਸੈਕੰਡਰੀ ਮੈਮਰੀ ਇਜ਼ ਆਲਸੋ ਨੋਨ ਐਜ਼, ਇਹਦਾ ਨਾਮ ਕੀ ਹੈ ਜੀ ਆਕਸਿਲਰੀ ਮੈਮਰੀ। ਓਕੇ, ਠੀਕ ਹੈ, ਸਿੰਪਲ। ਹੁਣ ਪ੍ਰਾਇਮਰੀ ਮੈਮਰੀ ਵੀ ਅੱਗੇ 2 ਤਰ੍ਹਾਂ ਦੀ ਹੈ, ਇੱਕ ਕੀ ਹੈ ਕੈਸ਼ੇ ਮੈਮਰੀ, ਰਾਈਟ, ਤੇ ਦੂਸਰੀ ਕੀ ਹੋਗੀ ਮੇਨ ਮੈਮਰੀ। ਠੀਕ ਹੈ, ਕੈਸ਼ੇ ਐਂਡ ਮੇਨ ਮੈਮਰੀ। ਮੇਨ ਮੈਮਰੀ ਇਜ਼ ਫਰਦਰ ਡਿਵਾਈਡਡ ਇਨਟੂ 2 ਪਾਰਟਸ, ਦੈਟ ਇਜ਼ ਰੈਮ ਐਂਡ ਰੋਮ। ਹੁਣ ਇਹ ਰੈਮ ਅੱਗੇ 2 ਪਾਰਟਸ ਦੇ ਵਿੱਚ ਡਿਵਾਈਡ ਹੈ, ਦੈਟ ਇਜ਼ SRAM ਤੇ DRAM। ਹੁਣ ਕੁਐਸਚਨ ਆਏਗਾ ਕਿ RAM ਦੀ ਫੁੱਲ ਫਾਰਮ ਦੈਟ ਇਜ਼ ਰੈਂਡਮ ਐਕਸੈਸ ਮੈਮਰੀ ਤੇ SRAM ਦੈਟ ਇਜ਼ ਯੂਰ ਸਟੈਟਿਕ RAM ਕੀ ਟੈਕਨੋਲੋਜੀ ਬੇਸ ਹੈ, ਦੈਟ ਇਜ਼ ਬੇਸਡ ਔਨ ਦ ਫਲਿਪ ਫਲॉप ਤੇ DRAM ਇਜ਼ ਦ ਡਾਇਨਾਮਿਕ RAM, ਇਹ ਕਿਹੜੀ ਟੈਕਨੋਲੋਜੀ ਬੇਸ ਹੈ, ਕੈਪੈਸਿਟਰਸ, ਰਾਈਟ। ਤੇ ਇਹਦੇ ਵਿੱਚ ਵੋਲੇਟਾਈਲ ਮੈਮਰੀ ਕਿਹੜੀ ਹੈ, RAM ਕੀ ਹੈ ਵੋਲੇਟਾਈਲ ਹੈ, ਕੈਸ਼ੇ ਮੈਮਰੀ ਵੀ ਕੀ ਹੈ ਵੋਲੇਟਾਈਲ ਹੈ। ਬਟ ਉਰੇ ਦੇਖੋ ਰੋਮ ਕੀ ਹੈ ਆਪਣੇ ਕੋਲ नॉन वोलेटाइल मैमरी है, तो जो अपनी सेकेंडरी मैमरी सारियां जो भी सेकेंडरी मैमरीज है आ भी की है नॉन वोलेटाइल है। ये बड़े इंपॉर्टेंट क्वेश्चन है, पूछ लिया जाता है कि वोलेटाइल केड़ी है तो केड़ी नहीं है। ओके, चलो आप इनू 1 बाय 1 डिस्कस करते हैं। ओके, द वेरी फर्स्ट इज कि प्राइमरी मैमरी ते सेकेंडरी मैमरी दे विच मेजर डिफरेंस की है। ओके, बेसिक दे विच की है कि जो प्राइमरी मैमरी इज डायरेक्टली एक्सेसिबल बाय द प्रोसेसर और द CPU। डायरेक्ट एक्सेस करेगी प्राइमरी मेमरी, CPU जो है वो डायरेक्ट एक्सेस करेगा प्राइमरी मेमोरी ਨੂੰ। सेकंड नंबर ਤੇ ਕੀ ਹੈ ਸੈਕੰਡਰੀ ਮੈਮਰੀ। the secondary memory is not directly accessible by CPU, ਨਹੀਂ ਕਰ ਸਕਦੇ ਇਹਨੂੰ directly accessible, ਇਹਨੂੰ ਆਪਾਂ ਕੀ ਕਹਿੰਦੇ ਆ ਮੇਨ ਮੈਮਰੀ ਤੇ ਇਹਨੂੰ ਕੀ ਕਹਿੰਦੇ ਹੋ ਤੁਸੀਂ ਆਕਸਿਲਰੀ ਮੈਮਰੀ। ਤੇ ਕਹਿ ਰਿਹਾ instruction or data to be currently executed are copied to the main memory। ਕੋਈ ਵੀ instruction ਤੁਸੀਂ execute ਕਰਨਾ ਹੈ ਤੇ ਉਹ ਪਹਿਲੇ ਕਿੱਥੇ ਆਏਗਾ ਮੇਨ ਮੈਮਰੀ ਦੇ ਵਿੱਚ। ਜਿਹੜਾ ਜਿਹਨੂੰ ਤੁਸੀਂ ਪਰਮਾਨੈਂਟ ਸਟੋਰ ਕਰਨਾ ਹੈ ਤੇ ਉਹ ਕਿੱਥੇ ਜਾਏਗਾ ਸੈਕੰਡਰੀ ਮੈਮਰੀ ਦੇ ਵਿੱਚ। ਪ੍ਰਾਇਮਰੀ ਮੈਮਰੀ ਇਜ਼ ਯੂਜੂਅਲੀ ਵੋਲੇਟਾਈਲ ਬਟ ਸੈਕੰਡਰੀ ਕੀ ਹੈ ਨॉन ਵੋਲੇਟਾਈਲ ਹੈ ਕਿਉਂਕਿ ਆਪਾਂ ਇਹਦੇ ਵਿੱਚ ਡਾਟਾ ਸੇਵ ਕਰਕੇ ਰੱਖਦੇ ਹਾਂ। ਫਾਰਮੇਸ਼ਨ ਇਹ ਕਿਸ ਤੋਂ ਬਣੀ ਹੈ ਸੈਮੀਕੰਡਕਟਰਸ, ਰਾਈਟ, ਤੇ ਇਹ ਕਿਸ ਤੋਂ ਬਣੀ ਹੈ ਮੈਗਨੈਟਿਕ ਐਂਡ ਆਪਟੀਕਲ ਮਟੀਰੀਅਲ। ਨਾਓ ਪ੍ਰਾਇਮਰੀ ਮੈਮਰੀ ਐਕਸੈਸਿੰਗ ਫਰੋਮ ਦਿਸ ਇਜ਼ ਫਾਸਟਰ, ਠੀਕ ਹੈ, ਸਿੰਪਲ ਫਾਸਟਰ ਹੈ ਤੇ ਇਹ ਸਲੋਅਰ ਹੈ। ਐਕਸੈਸ ਕੀ ਹੈ ਇਹਨੂੰ ਆਪਾਂ ਡੇਟਾ ਬਸ ਦੇ ਥਰੂ ਐਕਸੈਸ ਕਰਾਂਗੇ
ਤੇ ਸੈਕੰਡਰੀ ਮੈਮਰੀ ਨੂੰ ਤੁਸੀਂ ਕਿਵੇਂ ਕਰੋਗੇ, ਇਨਪੁਟ ਆਊਟਪੁੱਟ ਚੈਨਲਸ ਦੇ ਥਰੂ ਐਕਸੈਸ ਕਰੋਗੇ। ਸਾਈਜ਼ ਦੇ ਵਿੱਚ ਕੀ ਹੈ, ਇਹ ਛੋਟੀ ਹੈ ਤੇ ਇਹ ਕੀ ਹੈ, ਵੱਡੀ ਹੁੰਦੀ ਹੈ। ਤੇ ਮੈਮਰੀ ਇਜ਼ ਐਨ ਇੰਟਰਨਲ ਮੈਮਰੀ ਹੈ ਤੇ ਇਹਨੂੰ ਤੁਸੀਂ ਐਕਸਟਰਨਲ ਮੈਮਰੀ ਕਹਿੰਦੇ ਹੋ, ਠੀਕ ਹੈ, ਸੈਕੰਡਰੀ ਮੈਮਰੀ। ਦੇਖੋ ਬੇਸਿਕ ਡਿਫਰੈਂਸ ਕੀ ਹੈ, ਆਪਾਂ ਉਹ ਇੱਕ ਐਗਜ਼ਾਮਪਲ ਲੈਂਦੇ ਹਾਂ। ਸਪੋਜ਼ ਕਰੋ ਤੁਸੀਂ ਮੈਗੀ ਬਣਾਉਣੀ ਹੈ, ਠੀਕ ਹੈ। ਮੈਗੀ ਕਿਹਦੇ ਵਿੱਚ ਬਣੇਗੀ, ਆਪਣੇ ਇੱਕ ਪੈਨ ਦੇ ਵਿੱਚ, ਠੀਕ ਹੈ, ਪੈਨ ਦੇ ਵਿੱਚ ਮੈਗੀ ਬਣੇਗੀ। ਬਟ ਤੁਸੀਂ ਉਹਨੂੰ ਖਾਓਗੇ ਕਿਹਦੇ ਵਿੱਚ, ਇੱਕ ਪਲੇਟ ਦੇ ਵਿੱਚ, ਰਾਈਟ। ਹੁਣ ਪਲੇਟ ਕੀ ਹੈ ਆਪਣਾ, ਦਿਸ ਇਜ਼ ਯੂਅਰ ਰੈਮ, ਠੀਕ ਹੈ, ਰੈਮ। ਜਦ ਵੀ ਤੁਸੀਂ ਮੈਮਰੀ ਨੂੰ ਐਕਸੈਸ ਕਰਨਾ ਹੈ ਡਾਇਰੈਕਟਲੀ, ਤੁਸੀਂ ਡਾਇਰੈਕਟਲੀ ਪੈਨ ਦੇ ਵਿੱਚੋਂ ਤਾਂ ਐਕਸੈਸ ਨਹੀਂ ਕਰ ਸਕਦੇ, ਤੁਸੀਂ ਕਿੱਧਰੋਂ ਐਕਸੈਸ ਕਰੋਗੇ, ਪਲੇਟ ਦੇ ਵਿੱਚੋਂ, ਰਾਈਟ, ਪਲੇਟ। ਤੇ ਸੇਮ ਇਵੇਂ ਹੀ ਜੋ ਕੰਪਿਊਟਰ ਹੈ, ਠੀਕ ਹੈ, ਡੇਟਾ ਕਿੱਥੇ ਸਟੋਰ ਹੈ, ਦੈਟ ਇਜ਼ ਇਨ ਦਾ ਸੈਕੰਡਰੀ ਮੈਮਰੀ। ਪਰ ਜਦੋਂ ਤੁਸੀਂ ਐਕਸੈਸ ਕਰਨਾ ਹੈ ਤੇ ਉਹ ਕਿੱਥੋਂ ਕਰੋਗੇ, ਰੈਮ ਦੇ ਵਿੱਚੋਂ ਕਰੋਗੇ। ਓਕੇ, ਜਿਸ ਤਰ੍ਹਾਂ ਤੁਸੀਂ ਪੈਨ ਦੇ ਵਿੱਚੋਂ ਮੈਗੀ ਨਹੀਂ ਖਾਓਗੇ, ਤੁਸੀਂ ਪਲੇਟ ਦੇ ਵਿੱਚ ਮੈਗੀ ਖਾਓਗੇ, ਰਾਈਟ। ਤੇ ਤੁਸੀਂ ਇਹ ਐਗਜ਼ਾਮਪਲ ਆਪਣੇ ਮਾਈਂਡ ਦੇ ਵਿੱਚ ਸੈੱਟ ਕਰ ਸਕਦੇ ਹੋ, ਠੀਕ ਹੈ। ਤੁਸੀਂ ਕਦੇ ਵੀ ਨਹੀਂ ਭੁੱਲੋਗੇ ਕਿ ਪ੍ਰਾਇਮਰੀ ਮੈਮਰੀ ਤੇ ਸੈਕੰਡਰੀ ਮੈਮਰੀ ਦੇ ਵਿੱਚ ਕੀ ਡਿਫਰੈਂਸ ਰਹੇਗਾ। ਓਕੇ, ਸਿਮਿਲਰਲੀ ਇਹਦੀ ਕਪੈਸਿਟੀ ਜ਼ਿਆਦਾ ਹੈ ਪੈਨ ਦੀ, ਹੈ ਨਾ, ਤੇ ਪਲੇਟ ਦੀ ਕਪੈਸਿਟੀ ਘੱਟ ਹੈ। ਸੇਮ ਐਵੇਂ ਹੀ ਇਹਦੀ एक ही है ज़्यादा, दिस इज हैविंग द लार्जर मैमरी, तो ਇਹਦੀ ਕੀ ਹੈ, ਛੋਟੀ ਮੈਮਰੀ ਹੁੰਦੀ ਹੈ, ਸਮॉल ਸਾਈਜ਼ ਹੁੰਦਾ ਹੈ। ਓਕੇ, ਹੁਣ ਦੇਖੋ ਪ੍ਰਾਇਮਰੀ ਮੈਮਰੀ ਦੇ ਟਾਈਪਸ ਕੀ ਹੈ, ਰੈਮ ਤੇ ਰੋਮ ਹੈ। ਰੈਮ ਦੀ ਫੁੱਲ ਫਾਰਮ ਬੜੀ ਇੰਪੋਰਟੈਂਟ ਹੈ, ਦੈਟ ਇਜ਼ ਰੈਂਡਮ ਐਕਸੈਸ ਮੈਮਰੀ, ਰੈਂਡਮ ਐਕਸੈਸ ਮੈਮਰੀ that can't be accessed as the name suggests ਕਿ ਇਹਨੂੰ ਕਿਸੇ ਵੀ ਆਰਡਰ ਦੇ ਵਿੱਚ ਤੁਸੀਂ ਐਕਸੈਸ ਕਰ ਸਕਦੇ ਹੋ। ਦੇਖੋ ਰੈਂਡਮ ਦਾ ਮਤਲਬ ਕੀ ਹੈ, ਜੋ ਕੋਈ ਆਰਡਰ ਫੋਲੋ ਨਹੀਂ ਕਰਦਾ, ਠੀਕ ਹੈ। ਔਰ put another way, any random bit of data can be accessed just as quickly as another bit। ਕਹਿੰਦਾ ਕਿਸੇ ਵੀ ਰੈਂਡਮਲੀ ਤੁਸੀਂ ਕੋਈ ਵੀ ਡੇਟਾ ਨੂੰ ਐਕਸੈਸ ਕਰ ਸਕਦੇ ਹੋ, ਠੀਕ ਹੈ, ਬੜੀ ਫਾਸਟਲੀ ਸਪੀਡ ਦੇ ਨਾਲ। ਹੁਣ ਕਿਹੜੇ ਟੂ ਇੰਪੋਰਟੈਂਟ ਥਿੰਗਸ ਟੂ ਅੰਡਰਸਟੈਂਡ ਅਬਾਊਟ ਦ ਰੈਮ ਐਂਡ ਰੋਮ ਮੈਮਰੀ ਇਜ਼ ਵੈਰੀ ਫਾਸਟ। The most important thing to understand about RAM are that RAM memory is very fast, बहुत fast है। It can be written to as well as read। ਕਹਿੰਦੇ ਤੁਸੀਂ ਇਹਦੇ ਵਿੱਚ ਰਾਈਟ ਵੀ ਕਰ ਸਕਦੇ ਹੋ ਤੇ ਰੀਡ ਵੀ ਕਰ ਸਕਦੇ ਹੋ, ਬਟ ਇਟ ਇਜ਼ ਵੋਲੇਟਾਈਲ। ਵੋਲੇਟਾਈਲ ਦਾ ਕੀ ਮਤਲਬ ਹੁੰਦਾ ਹੈ ਕਿ ਜਿਵੇਂ ਹੀ ਪਾਵਰ ਚਲੀ ਗਈ, ਠੀਕ ਹੈ, ਤੁਹਾਡਾ ਕੰਮ ਸਾਰਾ ਲੋਸਟ ਹੋ ਜਾਏਗਾ। ਇਹਦਾ ਐਗਜ਼ਾਮਪਲ ਲੈ ਲਓ ਕਿ ਤੁਸੀਂ ਵਰਡ ਦੇ ਵਿੱਚ ਆਪਣਾ ਰਿਜ਼ਿਊਮੇ ਬਣਾ ਰਹੇ ਸੀ, ਠੀਕ ਹੈ, ਤੁਹਾਡੇ ਕੋਲ ਡੈਸਕਟਾਪ ਪੀਸੀ ਹੈ ਤੇ ਲਾਈਟ ਚਲੀ ਗਈ, ਹੈ ਨਾ। ਹੁਣ ਲਾਈਟ ਚਲੀ ਗਈ ਤੇ ਸਾਰਾ ਕੰਮ ਕੀ ਹੋ ਗਿਆ, ਜਦੋਂ ਸਾਰਾ ਕੰਮ ਵੀ ਚਲਾ ਗਿਆ, ਠੀਕ ਹੈ। ਬਟ ਜੇ ਉਹ ਲੈਪਟਾਪ ਹੈ ਉਹਦੇ ਵਿੱਚ ਤਾਂ ਕੋਈ ਚੱਕਰ ਹੀ ਨਹੀਂ ਹੈ, ਪਰ ਜੇ ਮੇਰੇ ਕੋਲ ਡੈਸਕਟਾਪ ਹੈ ਤੇ ਮੈਨੂੰ ਧਿਆਨ ਰੱਖਣਾ ਪਏਗਾ। ਇਸ ਲਈ ਕੀ ਕਰਦੇ ਆ ਬੰਦੇ ਜੋ ਕੰਮ ਕਰ ਰਹੇ ਹੁੰਦੇ ਨਾਲ ਉਹਨੂੰ ਸੇਵ ਕਰਦੇ ਰਹਿੰਦੇ ਆ, ਠੀਕ ਹੈ। ਤੇ ਇਹ ਕੰਸੈਪਟ ਕੀ ਹੈ, ਵੋਲੇਟਾਈਲ ਹੈ। ਓਕੇ, ਤੇ ਇਹ ਕੀ ਹੈ, ਐਕਸਪੈਂਸਿਵ ਹੈ, ਦਿਸ ਇਜ਼ ਵੈਰੀ ਐਕਸਪੈਂਸਿਵ ਕੰਪੇਅਰ ਟੂ ਦ all types of secondary memory in term of cost per gigabyte। It is because of relative high cost of RAM compared to secondary memory types that most computer system uses both primary and the secondary memory। ਠੀਕ ਹੈ, ਕਿਉਂਕਿ ਕਹਿ ਰਹੇ ਕਿ ਬਹੁਤ ਹਾਈ ਹੈ ਕੋਸਟ ਦੇ ਵਿੱਚ, ਤੇ ਕੋਸਟ ਨੂੰ ਬੈਲੈਂਸ ਕਰਨ ਦੇ ਲਈ ਆਪਾਂ ਪ੍ਰਾਇਮਰੀ ਮੈਮਰੀ ਤੇ ਸੈਕੰਡਰੀ ਮੈਮਰੀ ਨੂੰ ਮਿਕਸਡ ਯੂਜ਼ ਕਰਦੇ ਹਾਂ। ਓਕੇ, data that is required for immediate processing is moved to RAM where it can be accessed and modified very quickly। ਹੁਣ ਇਹਦਾ ਲਾਈਨ ਦਾ ਕੀ ਮਤਲਬ ਹੈ, ਸਪੋਜ਼ ਕਰੋ ਕਿ ਤੁਸੀਂ ਰਿਜ਼ਿਊਮੇ ਬਣਾ ਕੇ ਰੱਖਤਾ ਆਪਣਾ, ਠੀਕ ਹੈ। ਹੁਣ ਰਿਜ਼ਿਊਮੇ ਬਣਾ ਹੋਇਆ ਹੈ, 6 months ਦੇ ਬਾਅਦ ਆਪਾਂ ਕੀ ਕਰਨਾ ਹੈ, ਉਹ ਸੇਵ ਹੈ ਤੁਹਾਡੇ ਕੰਪਿਊਟਰ ਦੇ ਵਿੱਚ, ਤੇ 6 ਮਹੀਨੇ ਬਾਅਦ ਤੁਸੀਂ ਕੋਈ ਵੈਕੈਂਸੀ ਦੇ ਲਈ ਅਪਲਾਈ ਕਰਨਾ ਹੈ, ਠੀਕ ਹੈ। ਟਿਲ ਦੈਨ ਤੁਹਾਡੇ ਵਿੱਚ ਕੁਝ ਅਲੱਗ ਕੁਆਲਿਟੀਜ਼ ਦੇ ਵਿੱਚ ਕੀ ਹੋ ਗਈਆਂ, ਡਿਵੈਲਪ ਹੋ ਗਈਆਂ, ਠੀਕ ਹੈ। ਤੁਸੀਂ ਕੋਈ ਕੋਰਸ ਕੀਤਾ ਤੇ ਤੁਸੀਂ ਹੁਣ ਆਪਣੇ ਰਿਜ਼ਿਊਮੇ ਦੇ ਵਿੱਚ ਐਡ ਕਰਨਾ ਹੈ, ਤੇ ਉਹ ਕੀ ਹੈ, ਰਿਜ਼ਿਊਮੇ ਪਿਆ ਸੈਕੰਡਰੀ ਮੈਮਰੀ ਦੇ ਵਿੱਚ, ਠੀਕ ਹੈ। ਤੁਸੀਂ ਉਹਨੂੰ ਸੈਕੰਡਰੀ ਮੈਮਰੀ ਤੋਂ ਪ੍ਰਾਇਮਰੀ ਮੈਮਰੀ ਦੇ ਵਿੱਚ ਲੈ ਕੇ ਆਓਗੇ, ਠੀਕ ਹੈ, ਤੇ ਤਾਂ ਹੀ ਤੁਸੀਂ ਉਹਨੂੰ ਮੋਡੀਫਾਈ ਕਰ ਸਕਦੇ ਹੋ। ਓਕੇ, when the data is no longer required it is shunted out to slower but cheaper secondary memory, then the RAM space has been freed up as fill up the next chunks of data that is to use। ਹੁਣ ਉਹ ਕੀ ਕਹਿ ਰਹੇ ਕਿ RAM ਦੇ ਵਿੱਚ ਕੀ ਆਏਗਾ, ਜੋ ਆਪਾਂ ਐਕਟਿਵਲੀ ਕੰਮ ਕਰਨਾ ਹੈ, ਠੀਕ ਹੈ, ਤੇ ਜੋ ਤੁਸੀਂ ਕੰਮ ਨਹੀਂ ਕਰ ਰਹੇ ਉਹਨੂੰ ਤੁਸੀਂ ਸੇਵ ਕਰਕੇ ਰੱਖ ਦਿੰਦੇ ਹੋ, ਠੀਕ ਹੈ। ਤੇ ਉਹ ਸੇਵ ਕੀਤਾ ਡਾਟਾ ਕਿੱਥੇ ਹੁੰਦਾ, ਆਪਣਾ ਸੈਕੰਡਰੀ ਮੈਮਰੀ ਦੇ ਅੰਦਰ। ਆਈ ਹੋਪ ਇਹ ਕਲੀਅਰ ਹੋਏਗਾ। Now we have two types of RAM। The very first is dynamic RAM and the second one is the static RAM। ਹੁਣ dynamic RAM ਕੀ ਹੁੰਦੀ ਹੈ, this is the most common type of RAM that is used in computer। ਇਹ ਤੁਹਾਨੂੰ ਕੁਐਸਚਨ ਆ ਸਕਦਾ ਹੈ ਨਾ, most common type of RAM ਕਿਹੜੀ ਹੈ ਜੀ, DRAM ਹੈ। The oldest type is known as the single data rate, that is SDR। ਠੀਕ ਹੈ, DRAM ਦੇ ਵਿੱਚ ਕੀ ਹੈ, ਨਿਊਅਰ ਕੰਪਿਊਟਰ ਦੇ ਵਿੱਚ ਫਾਸਟਰ ਹੈ ਤੇ ਡਿਊਲ ਡੇਟਾ ਰੇਟ ਆਫਰ ਕਰਦੀ ਹੈ, that is DDR।
ਤੇ ਜੇਕਰ ਪੁੱਛਿਆ ਜਾਏ ਕਿ ਮੋਸਟ ਕਾਮਨ ਕਿਹੜੀ ਹੈ ਜੋ ਫ੍ਰੀਕੁਐਂਟ ਯੂਜ਼ ਹੁੰਦੀ ਹੈ, ਦੈਟ ਇਜ਼ DDR4, ਠੀਕ ਹੈ, ਲੇਟੈਸਟ ਹੈ ਇਹ। ਓਕੇ, ਤੇ DRAM ਦੇ ਵਿੱਚ ਕੀ ਕੰਸਿਸਟ ਕਰਦੇ ਹਾਂ ਆਪਾਂ, ਟਰਾਂਜ਼ਿਸਟਰ ਤੇ ਕੈਪੇਸਿਸਟਰ ਤੋਂ ਬਣੀ ਹੋਈ ਹੈ। ਇਹ ਯਾਦ ਰੱਖਣਾ ਹੈ ਕਿ ਕਿਹੜੀ ਟੈਕਨੋਲੋਜੀ ਬੇਸ ਹੈ, ਇਟ ਇਜ਼ ਬੇਸਡ ਔਨ ਦ ਟਰਾਂਜ਼ਿਸਟਰਸ ਐਂਡ ਕੈਪੇਸਿਸਟਰਸ। ਓਕੇ, then we have the SRAM। SRAM ਕੀ ਹੈ ਜੀ, ਸਟੈਟਿਕ RAM, ਠੀਕ ਹੈ, ਇਹ ਵੀ ਪਰਟੀਕੂਲਰ ਟਾਈਪ ਹੈ RAM ਦੀ, ਬਟ ਇਹ ਫਾਸਟਰ ਹੈ DRAM ਤੋਂ। ਦੇਖੋ, ਦਿਸ ਇਜ਼ ਫਾਸਟਰ ਦੇਨ DRAM, ਬਟ ਮੋਰ ਦੇਨ ਐਕਸਪੈਂਸਿਵ ਐਂਡ ਬਲਕੀਅਰ, ਠੀਕ ਹੈ। ਤੇ ਕਹਿ ਰਹੇ ਕਿ ਬਟ ਇਹ ਮਹਿੰਗੀ ਹੈ। ਫਾਸਟਰ ਦੇ ਨਾਲ ਨਾਲ ਕੀ ਹੈ ਡਿਸਐਡਵਾਂਟੇजेस, ਕੀ ਕੋਸਟਲੀ ਹੈ। Having the 6 transistors in each cell, for those reason SRAM is generally only used for the data cache within a CPU itself, or as RAM is very high end server system. A small SRAM cache of the most immediately needed data can result in significant speed improvements in a system। सिंपल है, जो कैशे मेमोरी है वो यूज़ कर दी है SRAM, ठीक है जी, क्लियर। ओके, ਤੇ ਇਹ ਕੁਝ ਨੋਟਸ ਦਿੱਤੇ ਹੋਏ ਹੈ, ਇਹਨੂੰ ਤੁਸੀਂ ਪੜ੍ਹ ਲੈਣਾ ਹੈ, ਠੀਕ ਹੈ, ਬੇਸਿਕ ਡਿਫਰੈਂਸ ਵਗੈਰਾ। ਓਕੇ ਜੀ, ਨਾਓ ਕੇਮ ਟੂ ਦ ਕੈਸ਼ੇ ਮੈਮਰੀ। ਕੈਸ਼ੇ ਮੈਮਰੀ ਨੂੰ ਆਪਾਂ ਕੀ ਕਹਿੰਦੇ ਹਾਂ, CPU ਮੈਮਰੀ। ਹਾਈ ਸਪੀਡ ਮੈਮਰੀ ਹੈ that the CPU can access more quickly than it can access to the regular random access memory। देखो, ਇਹ ਆਪਣਾ CPU ਹੈ, ਠੀਕ ਹੈ। CPU ਕਿਹਨੂੰ ਐਕਸੈਸ ਕਰ ਰਿਹਾ, ਕੈਸ਼ੇ ਨੂੰ। ਦਿਸ ਇਜ਼ ਅ ਕੈਸ਼ੇ। ਕੈਸ਼ੇ ਤੋਂ ਕਿੱਥੇ ਜਾ ਰਿਹਾ ਹੈ, ਰੈਮ ਮੈਮਰੀ ਦੇ ਨਾਲ ਅਟੈਚਡ ਹੈ। ਓਕੇ, ਰੈਮ ਮੈਮਰੀ ਦੇ ਨਾਲ ਅਟੈਚਡ ਹੈ। ਤਾਂ ਕੀ ਕਹਿ ਰਿਹਾ ਕਿ CPU ਜੋ ਹੈ ਨਾ, ਇਹਦੇ ਨਾਲ ਬਹੁਤ ਕੁਇਕਲੀ ਐਕਸੈਸ ਕਰਦਾ ਹੈ ਡੇਟਾ, ਠੀਕ ਹੈ। ਤੇ ਉਸ ਤੋਂ ਬਾਅਦ ਜੇਕਰ ਦੇਖੋ, ਸਪੋਜ਼ ਕਰੋ ਕਿ ਤੁਸੀਂ ਕੋਈ ਫਾਈਲ ਓਪਨ ਕਰਨੀ ਹੈ, ਠੀਕ ਹੈ, ਤੇ CPU ਸਭ ਤੋਂ ਪਹਿਲੇ ਕੈਸ਼ੇ ਮੈਮਰੀ ਦੇ ਵਿੱਚ ਦੇਖੇਗਾ, ਕਿਆ ਇਹ ਫਾਈਲ ਕੈਸ਼ੇ ਮੈਮਰੀ ਦੇ ਵਿੱਚ ਹੈ। ਅਗਰ ਹੈ ਤੇ ਇਹ ਕੁਝ ਸੈਕਿੰਡ ਦੇ ਵਿੱਚ ਓਪਨ ਹੋ ਜਾਏਗੀ, ਠੀਕ ਹੈ। ਅਗਰ ਉਹ ਨਹੀਂ ਹੈ ਤਾਂ ਉਹ ਕਿੱਥੇ ਸਰਚ ਕਰੇਗਾ, ਮੇਨ ਮੈਮਰੀ ਦੇ ਵਿੱਚ, ਤੇ ਮੇਨ ਮੈਮਰੀ ਤੋਂ ਕਿੱਥੇ ਆਏਗੀ, ਕੈਸ਼ੇ ਦੇ ਵਿੱਚ। ਤੇ ਕੈਸ਼ੇ ਕਿਹਨੂੰ ਪ੍ਰੋਵਾਈਡ ਕਰੇਗਾ, CPU ਨੂੰ। ਓਕੇ, ਤੁਸੀਂ ਇਹਦੀ ਐਗਜ਼ਾਮਪਲ ਲਓ। ਸਪੋਜ਼ ਕਰੋ ਕਿ ਤੁਸੀਂ ਇੱਕ ਦਿਨ ਦੇ ਵਿੱਚ ਨਾ ਫੇਸਬੁੱਕ ਨੂੰ ਕਈ ਵਾਰ ਐਕਸੈਸ ਕਰਦੇ ਹੋ, ਠੀਕ ਹੈ, ਮਲਟੀਪਲ ਟਾਈਮ ਤੁਸੀਂ ਜਸਟ ਓਪਨ ਕੀਤਾ, ਨੋਟੀਫਿਕੇਸ਼ਨ ਦੇਖਿਆ ਤੇ ਬੰਦ ਕਰਤਾ। ਹੁਣ ਜੋ ਚੀਜ਼ ਤੁਸੀਂ ਬਾਰ-ਬਾਰ ਇੱਕ ਦਿਨ ਦੇ ਵਿੱਚ ਕਰ ਰਹੇ ਹੋ, ਉਹ ਚੀਜ਼ ਤੁਹਾਡੇ ਕੈਸ਼ੇ ਮੈਮਰੀ ਦੇ ਵਿੱਚ ਸੇਵ ਹੈ, ਠੀਕ ਹੈ। ਤੇ ਸਪੋਜ਼ ਕਰੋ ਹੁਣ ਕਿ ਤੁਸੀਂ ਮਹੀਨਾ ਫੇਸਬੁੱਕ ਨੂੰ ਐਕਸੈਸ ਨਹੀਂ ਕੀਤਾ, ਤੇ ਤੁਸੀਂ ਉਹਨੂੰ ਓਪਨ ਕਰੋਗੇ ਨਾ ਤਾਂ ਉਹਨੂੰ ਟਾਈਮ ਲੱਗੇਗਾ ਐਕਸੈਸ ਹੋਣ ਦੇ ਵਿੱਚ, ਠੀਕ ਹੈ। ਜੇ ਤੁਸੀਂ ਥੋੜ੍ਹੀ ਦੇਰ ਬਾਅਦ ਕਰਦੇ ਹੋ ਤਾਂ ਬਹੁਤ ਹੀ ਕੁਇਕਲੀ ਕਰ ਦਿੰਦਾ ਹੈ। ਇਹਦਾ ਰੀਜ਼ਨ ਕੀ ਹੈ ਕਿ ਜੋ ਚੀਜ਼ ਆਪਾਂ ਬਾਰ-ਬਾਰ ਕਰਦੇ ਹਾਂ CPU ਦੇ ਵਿੱਚ, ਉਹ ਉਸਦੀ ਕੈਸ਼ੇ ਮੈਮਰੀ ਦੇ ਅੰਦਰ ਸੇਵ ਹੋ ਜਾਂਦੀ ਹੈ। ਤਾਂ ਹੀ ਕਰਕੇ ਉਹਦੀ ਸਪੀਡ ਹੈ ਜੋ ਪ੍ਰੋਸੈਸਿੰਗ ਦੀ, ਉਹ ਬਹੁਤ ਜ਼ਿਆਦਾ ਫਾਸਟ ਰਹਿੰਦੀ ਹੈ। ਆਈ ਹੋਪ ਇਹ ਤੁਹਾਨੂੰ ਕਲੀਅਰ ਹੋਏਗਾ। Okay, the purpose of the cache memory is to store the program and instruction and data that are usually repeatedly in the operation of program or information that the CPU is likely to need next। ठीक है, जो frequently use करता रहता है उन्हें cache memory ਦੇ ਵਿੱਚ ਪਾ ਦਿੱਤਾ ਜਾਂਦਾ ਹੈ। Okay, then we have the ROM। देखो, ROM ਦੀ full form ਕੀ ਹੈ, read only memory, ठीक है ना, read only memory, and the name stems from the fact that while data can be read from this computer memory cannot be normally written। ठीक है, ਇਹਦੀ ਐਗਜ਼ਾਮਪਲ ਸੁਣੋ। ਜੇ ਤੁਸੀਂ ਇੱਕ ਫੋਨ ਜਾਂ ਲੈਪਟਾਪ ਨੂੰ ਔਨ ਕਰਦੇ ਹੋ, ਠੀਕ ਹੈ, ਉਹਦੀ ਪਾਵਰ ਔਨ ਕੀਤੀ, ਤੇ ਤੁਹਾਨੂੰ ਸਕਰੀਨ ਤੇ ਸਭ ਤੋਂ ਪਹਿਲੇ ਕੀ ਵਿਜ਼ੀਬਲ ਹੋਏਗਾ, ਹਾਂਜੀ ਕਮੈਂਟ ਦੇ ਵਿੱਚ ਲਿਖੋ। ਬਿਲਕੁਲ ਸਹੀ, ਤੁਹਾਨੂੰ ਉਹਦਾ ਲੋਗੋ ਵਿਜ਼ੀਬਲ ਹੋਏਗਾ। ਹੁਣ ਜੋ ਲੋਗੋ ਹੈ ਉਹ ਕੀ ਹੈ, ਜਦੋਂ ਉਹ ਫੋਨ ਬਣਾਇਆ ਗਿਆ, ਉਹਦੇ ਮੈਨੂਫੈਕਚਰ ਨੇ ਉਹ ਲੋਗੋ ਨੂੰ ਕੀਤਾ, ਰਾਈਟ ਕਰਤਾ ਰੋਮ ਦੇ ਵਿੱਚ ਕਿ ਈਚ ਐਂਡ ਐਵਰੀ ਟਾਈਮ ਜਦੋਂ ਵੀ ਯੂਜ਼ਰ ਸਵਿਚ ਔਨ ਕਰੇਗਾ ਆਪਣਾ ਫੋਨ, ਤੇ ਉਹਨੂੰ ਸਭ ਤੋਂ ਪਹਿਲੇ ਲੋਗੋ ਦਿਖਾਇਆ ਜਾਏ। ਆਪਾਂ ਸਿਰਫ ਰੀਡ ਹੀ ਕਰ ਰਹੇ ਹਾਂ ਨਾ, ਲੋਗੋ ਆਪਾਂ ਰੀਡ ਕਰ ਰਹੇ ਹਾਂ, ਠੀਕ ਹੈ, ਆਪਾਂ ਉਹਦੇ ਵਿੱਚ ਕੁਝ ਲਿਖ ਨਹੀਂ ਸਕਦੇ, ਠੀਕ ਹੈ। ਤੇ ਉਹ ਕਿਹਦੀ ਐਗਜ਼ਾਮਪਲ ਹੋਗੀ, ਉਹ ਰੋਮ ਦੀ ਐਗਜ਼ਾਮਪਲ ਹੋਗੀ, ਠੀਕ ਹੈ ਜੀ। ਇਹ ਬਹੁਤ ਫਾਸਟ ਕੰਪਿਊਟਰ ਮੈਮਰੀ ਹੈ ਵਿਚ ਕੈਨ ਯੂਜ਼ਲੀ ਇੰਸਟਾਲਡ ਕਲੋਜ਼ ਟੂ ਦ CPU ਔਨ ਦ ਮਦਰਬੋਰਡ, ਠੀਕ ਹੈ ਜੀ, ਮਦਰਬੋਰਡ ਤੇ ਹੀ ਹੈ। ਹੁਣ ਦੇਖੋ, ਦਿਸ ਇਜ਼ ਵੈਰੀ ਇੰਪੋਰਟੈਂਟ ਕਿ ਰੋਮ ਕੀ ਆਪਣਾ ਨॉन ਵੋਲੇਟਾਈਲ ਮੈਮਰੀ ਹੈ, ਠੀਕ ਹੈ। ਨॉन ਵੋਲੇਟਾਈਲ ਦਾ ਮਤਲਬ ਕੀ ਹੈ ਕਿ ਜਿਵੇਂ ਇਹਦੇ ਵਿੱਚ ਜੋ ਡੇਟਾ ਹੈ ਉਹ ਸੇਵ ਰਹਿੰਦਾ ਹੈ। ਐਗਜ਼ਾਮਪਲ ਲਓ ਕਿ ਤੁਹਾਡੀ ਵਾਸ਼ਿੰਗ ਮਸ਼ੀਨ ਹੈ, ਠੀਕ ਹੈ, ਤੁਸੀਂ ਉਹਦੇ ਵਿੱਚ ਟਾਈਮਰ ਲਗਾਇਆ 20 ਮਿੰਟਸ ਦਾ, ਠੀਕ ਹੈ, ਤੇ ਉਹ ਵਰਕ ਕਰ ਰਹੀ ਹੈ ਨਾ। ਤੇ ਤੁਸੀਂ ਦੇਖੋ, ਸਪੋਜ਼ ਕਰੋ ਕਿ ਜਦੋਂ ਟਾਈਮਰ ਲਗਾਉਣ ਤੋਂ ਬਾਅਦ ਲਾਈਟ ਚਲੀ ਗਈ, ਠੀਕ ਹੈ, ਜਾਂ ਤੁਸੀਂ ਪਾਵਰ ਆਫ ਕਰਤਾ, ਠੀਕ ਹੈ। ਜਦ ਤੁਸੀਂ ਨੈਕਸਟ ਟਾਈਮ ਉਹਨੂੰ ਔਨ ਕਰੋਗੇ ਨਾ, ਜਿੱਥੇ ਉਹ ਚੱਲ ਚੁੱਕਿਆ ਸੀ ਜਾਂ ਫਿਰ ਜਿੱਥੇ ਉਹਦਾ ਲਾਸਟ ਰਹਿ ਗਿਆ ਸੀ, ਜੇ 5 ਮਿੰਟ ਦਾ ਰਹਿ ਗਿਆ ਤਾਂ 5 ਮਿੰਟ ਤੋਂ ਹੀ ਸਟਾਰਟ ਕਰੇਗੀ, ਦੁਬਾਰਾ ਤੋਂ ਨਹੀਂ, ਹੈ ਨਾ। ਤੇ ਇਸ ਲਈ ਇਹਨੂੰ ਆਪਾਂ ਕੀ ਹੈ ਨਾ, ਨॉन ਵੋਲੇਟਾਈਲ ਹੈ, ਜਿੱਥੋਂ ਕੰਮ ਖਤਮ ਹੋਇਆ ਸੀ ਉਹਨੇ ਉੱਥੋਂ ਹੀ
शुरू कर देना दोबारा, ये नहीं कि वो रेपिटेशन ਦੇ ਵਿੱਚ दोबारा करेगी, ठीक है, which means that the data stored in the ROM persist in the memory even it receives no power। वही गल होगी, पावर नहीं आ रही ਤਾਂ ਮੈਨੂੰ याद रहेगा। For example, when the computer is turned off, in that sense it is similar to the secondary memory which is used for the long term storage, ठीक है। ਤੇ ਇਹ ਬੂਟਸਟ੍ਰੈਪ ਕੋਡ ਦੇ ਵਿੱਚ ਕੰਮ ਕੀਤਾ ਜਾਂਦਾ ਹੈ। ਦੇਖੋ ਜਿਵੇਂ ਹੀ ਤੁਸੀਂ ਕੰਪਿਊਟਰ ਨੂੰ ਔਨ ਕੀਤਾ ਤਾਂ ਸਭ ਤੋਂ ਪਹਿਲੇ ਲੋਗੋ ਵਿਜ਼ੀਬਲ ਹੋਇਆ, ਤੇ ਕੀ ਹੈ ਕਿ ਜੋ ਸੈਕੰਡਰੀ ਮੈਮਰੀ ਤੋਂ ਆਪਣਾ ਡਾਟਾ ਹੈ ਉਹ ਮੇਨ ਮੈਮਰੀ ਦੇ ਵਿੱਚ ਆਉਂਦਾ ਹੈ, ਠੀਕ ਹੈ, ਤਾਂ ਹੀ ਉਹ ਕੰਪਿਊਟਰ ਹੈ ਜੋ ਆਪਣਾ ਕੈਪੇਬਲ ਹੁੰਦਾ ਹੈ ਕੰਮ ਕਰਨ ਦੇ। ROM is also used in the simpler electronic devices to store the firmware which runs as soon as the device is switched on। ठीक है, जिवें डिवाइस switched on होया तो वो काम करना स्टार्ट कर देगा, ठीक है। जिवें जिवें लोगों की वेडिंग वीडियोज़ DVDs ਹੁੰਦੀਆਂ ਹੈ, ठीक है ना, DVDs ਉਹ ਵੀ ਕੀ ਹੈ ਕਿ ਇੱਕ ਵਾਰ ਉਹਨਾਂ ਨੇ ਰਾਈਟ ਕਰਕੇ ਦੇਤਾ ਤੇ ਉਸ ਤੋਂ ਬਾਅਦ ਆਪਾਂ ਪਲੇ ਹੀ ਕਰਦੇ ਰਹਿੰਦੇ ਹਾਂ, ਹਨਾ, ਜਿਵੇਂ ਮੂਵੀ ਦੀ CD ਹੈ, ਇੱਕ ਵਾਰ ਮੂਵੀ ਉਹਨੂੰ ਇੰਸਟਾਲ ਕਰਤਾ, ਠੀਕ ਹੈ, ਉਹਦੇ ਵਿੱਚ ਤੁਸੀਂ ਹਰ ਟਾਈਮ ਉਹਨੂੰ ਕੀ ਦੇਖੋਗੇ, ਦੇਖਦੇ ਹੀ ਰਹੋਗੇ, ਤੇ ਉਹ ROM ਹੀ ਹੈ, ਆਪਾਂ ਸਿਰਫ ਰੀਡ ਕਰ ਰਹੇ ਹਾਂ ਉਹਦੇ ਉੱਪਰ, ਕੁਝ ਰਾਈਟ ਕਰਕੇ ਨਹੀਂ ਦੇ ਰਹੇ, ਠੀਕ ਹੈ ਜੀ। ਹੁਣ ਟਾਈਪਸ ਆਫ ROM, देयर आर 3 टाइप ऑफ ROMs, दैट इज PROM, EPROM एंड EEPROM। देखो सब तो पहले की है अपने को, द फर्स्ट इज द PROM। PROM स्टैंड फॉर द प्रोग्रामेबल रीड ओनली मेमोरी। देखो ये की सीगा कि जिवें कंप्यूटर बनाया मैन्युफैक्चर ने एक बार उसको रीड करके देता, ठीक है ना, प्रोग्राम्ड करके ਆਪਾਂ ਉਹਨੂੰ ਸਿਰਫ ਰੀਡ ਕਰ ਸਕਦੇ ਹਾਂ, ਠੀਕ ਹੈ। ਲੇਟਰ ਔਨ ਉਹਨਾਂ ਨੂੰ ਰਿਅਲਾਈਜ਼ ਹੋਇਆ ਕਿ ਜੇਕਰ ਮੈਨੇ ਇਹਦੇ ਵਿੱਚ ਕੁਝ ਚੇਂਜਸ ਕਰਨੇ ਹੈ ਤੇ ਮੈਂ ਕਿਵੇਂ ਕਰਾਂਗੀ, ਹੈ ਨਾ, ਤਾਂ ਉਹਨਾਂ ਨੇ ਕੀ ਕੀਤਾ, ਈ ਲਗਾਤਾ, ਇੱਕ ਪ੍ਰੋਗਰਾਮੇਬਲ ਤਾਂ ਹੈ ਹੀ ਹੈ, ਨਾਲ ਕੀ ਐਡ ਕਰਤਾ ਈ ਫॉर द इरेजेबल, ਜੋ ਮਿਟ ਸਕਦਾ ਹੈ, ਠੀਕ ਹੈ, दैट इज इरेजेबल प्रोग्रामेबल रीड ओनली मैमरी। ਹੁਣ ਇਰੇਜ਼ ਕਿਵੇਂ ਕੀਤਾ ਜਾਏਗਾ, ਅਲਟਰਾ ਵਾਇਲਟ ਲਾਈਟ ਦੇ ਨਾਲ, ठीक है, जो बहुत ज़्यादा एक्सपेंसिव है, ठीक है। इस भी अपन ने और मॉडिफाई करके बनाया EEPROM, दैट इज योर इलैक्ट्रिकली इरेजेबल प्रोग्रामेबल रीड ओनली मैमरी, है ना। तो ये ईजी सीगी, इसको दोबारा तो इरेजेबल करके लिखना ईजी है, ओके। तो कह रहा है कि हाउएवर मेनी केसेस द राइट प्रोसेस इज स्लो, so it is normally done to update the program such as the firmware or BIOS code in an occasional basis, ओके, ठीक है जी। आई होप ये ਤੁਹਾਨੂੰ ਕਲੀਅਰ ਹੋਏਗਾ। ਇੱਕ ਹੋਰ ਜੋ ਡਾਊਟ ਰਹਿੰਦਾ ਬੱਚਿਆਂ ਨੂੰ, दैट इज RAM ਤੇ ROM, कि RAM वॉलेटाइल है या फिर ROM वॉलेटाइल है, कन्फ्यूजन क्रिएट करेगा। देखो फर्स्ट लेटर सेम है, लास्ट लेटर सेम है, ਤੇ ਵਿੱਚ ਵਾਲਾ ਲੈਟਰ ਦੇਖੋ, ਇੱਥੇ E ਹੈ ਤੇ ਇੱਥੇ O ਹੈ। ਹੁਣ ਦੇਖੋ A ਨੂੰ ਜੇ ਮੈਂ ਉਲਟਾ ਕਰਕੇ ਲਿਖੂੰ ਤਾਂ ਮੇਰਾ V ਦੀ ਤਰ੍ਹਾਂ ਹੋ ਜਾਏਗਾ, ਹੈ ਨਾ। V ਫॉर what, ਵੋਲੇਟਾਈਲ। ਤਾਂ RAM ਮੈਮਰੀ ਕੀ ਹੈ, ਵੋਲੇਟਾਈਲ ਹੈ, ਤੁਸੀਂ ਇਸ ਟ੍ਰਿਕ ਦੇ ਨਾਲ ਇਸ ਨੂੰ ਯਾਦ ਕਰ ਸਕਦੇ ਹੋ, ਓਕੇ। ਤੇ ROM ਕੀ ਹੈ, ਨॉन ਵੋਲੇਟਾਈਲ ਮੈਮਰੀ ਹੈ, ਰਾਈਟ। आई होप ਇਹ ਕਲੀਅਰ ਹੋਏਗਾ। इन टाइप्स ऑफ मेमोरी ਦੇ ਵਿੱਚ ਨਾ बड़ी क्रिस्प ਜਿਹੇ नोट्स हैं, ठीक है, बहुत ईजी रहेंगे इथों ਦੀ पढ़ना, ठीक है। जिवें RAM ਦੇ ਬਾਰੇ ਦੱਸਿਆ ਗਿਆ कि मोस्ट कॉमन टाइप ऑफ मेमोरी है फाउंड इन द मॉडर्न कंप्यूटर। इट इज़ रियली द मेन स्टोर एंड इज प्लेस वेयर द प्रोग्राम गेट स्टोर्ड। वी ऑल नो कि प्रोग्राम जो भी है इत्थे स्टोर हो जाएगा जाके, जो CPU रन करेगा प्रोग्राम ਨੂੰ ਤੇ ਇਹ ਫੈਚ ਕਰਕੇ ਲਿਆਏਗਾ प्रोग्राम ਤੇ इंस्ट्रक्शन ਨੂੰ मेन मैमरी ਦੇ ਵਿੱਚੋਂ, ठीक है जी। ਤੇ ਜੇਕਰ ਉਹਨੂੰ ਕੈਲਕੂਲੇਸ਼ਨਸ ਵੀ ਕੋਈ ਕਰਨੀ ਹੈ CPU ਨੇ, ਤੇ ਉਹ ਕਿੱਥੇ ਪਰਫਾਰਮ ਹੋਣਗੀਆਂ, RAM ਦੇ ਵਿੱਚ ਪਰਫਾਰਮ ਹੋਣਗੇ। ਜਦੋਂ ਤੁਸੀਂ ਕੰਪਿਊਟਰ ਨੂੰ ਸਵਿਚ ਆਫ ਕਰਤਾ ਤੇ ਜੋ ਵੀ ਡੇਟਾ RAM ਦੇ ਵਿੱਚ ਸੀਗਾ ਉਹ ਇਰੇਜ਼ ਹੋ ਜਾਏਗਾ, ਤੇ ਇਹਨੂੰ ਆਪਾਂ ਕੀ ਕਹਿੰਦੇ ਆ, ਵੋਲੇਟਾਈਲ ਫਾਰਮ ਆਫ ਮੈਮਰੀ, ਓਕੇ। आई होप क्लियर होएगा। देन वी हैव अ ROM। ROM की है जी, जो मैन्युफैक्चर ने कंप्यूटर बनाने के टाइम ते एक बार इंस्ट्रक्शन ਨੂੰ ਰਾਈਟ ਕੀਤਾ ਤੇ ਆਪਾਂ ਉਹਨੂੰ ਹਰ ਟਾਈਮ ਕੀ ਕਰਾਂਗੇ, ਰੀਡ ਹੀ ਕਰਾਂਗੇ। ਇਸ ਲਈ ਇਹ ਇੰਸਟਰਕਸ਼ਨਸ हैं जो ਉਹ ਪਰਮਾਨੈਂਟ ਹੈ, ਠੀਕ ਹੈ, ਇਹਨੂੰ ਤੁਸੀਂ ਇਰੇਜ਼ ਨਹੀਂ ਕਰ ਸਕਦੇ। क्या ਤੁਸੀਂ ਲੋਗੋ ਇਰੇਜ਼ ਕਰ ਸਕਦੇ ਹੋ ਆਪਣੇ ਮੋਬਾਈਲ ਦੇ ਵਿੱਚੋਂ? नो यू कांट, ठीक है। When we switched off the computer, the content of the ROM are not erased but remain stored permanently है। ये नॉन वॉलेटाइल है, ठीक है जी। ये स्टोर करता है क्रिटिकल प्रोग्राम सच एज जिवें कंप्यूटर बूटिंग करता है, ओके। ਤੇ ਇਹਦੀ ਟਾਈਪਸ ਆ ਗਈ, प्रोग्रामेबल ROM की है जिथे डेटा ਨੂੰ ਆਪਾਂ ਸਿਰਫ ਇੱਕ ਵਾਰ ਲਿਖਣਾ ਹੈ, ਯਾਦ ਰੱਖਣਾ ਹੈ, ਓਨਲੀ ਵਨ ਟਾਈਮ, ਠੀਕ ਹੈ। ਇਹਦੇ ਵਿੱਚ ਕੀ ਤੁਸੀਂ ਇਹਨੂੰ ਇਰੇਜ਼ ਕਰ ਸਕਦੇ ਹੋ, ਠੀਕ ਹੈ ਜੀ। ਦੈਨ ਕਿਹਦੇ ਨਾਲ, ਅਲਟਰਾ ਵਾਇਲਟ ਲਾਈਟ ਚਾਹੀਦੀ ਆ ਆਪਾਂ ਨੂੰ, ਓਕੇ। ਦੈਨ ਕੀ ਹੈ, ਇਲੈਕਟ੍ਰੀਕਲ ਇਰੇਜ਼ੇਬਲ ਮੈਮਰੀ। ਤੇ ਇਹ ਕੀ ਹੁੰਦਾ ਆਪਾਂ ਨੂੰ ਕਿ ਕੁਛ ਇਲੈਕਟ੍ਰੀਕਲੀ ਜਦੋਂ ਆਪਾਂ ਇਹਨੂੰ ਇਰੇਜ਼ ਕਰਕੇ ਪ੍ਰੋਗਰਾਮੇਬਲ ਕਰ ਸਕਦੇ ਹਾਂ ਦੁਬਾਰਾ। ਦੈਨ RAM ਤੇ ROM ਦੇ ਵਿੱਚ ਕੀ ਡਿਫਰੈਂਸ ਹੈ, ਸਮੈਸਟਰ ਐਗਜ਼ਾਮਸ ਦੇ ਵਿੱਚ ਐਸੇ ਕੁਐਸਚਨਸ ਆਉਂਦੇ ਹੁੰਦੇ ਆ, RAM ਤੇ ROM ਦੇ ਵਿੱਚ ਕੀ ਡਿਫਰੈਂਸ ਹੈ, ठीक है।
ਸਿੰਪਲ ਹੈ, ਆਪਾਂ ਹੁਣੀ ਪੜ੍ਹ ਕੇ ਹੀ ਆਏ ਹਾਂ, ਤੁਸੀਂ ਇਹਦਾ ਸਕਰੀਨਸ਼ਾਟ ਲੈ ਲਿਓ, ਠੀਕ ਹੈ ਜੀ, ਤੇ ਆਪਣੀ ਐਂਟਰੀ ਕਾਰਡ ਨੂੰ ਰੀਡ ਕਰ ਲਿਓ। ਓਕੇ, ਨਾਓ ਕੇਮ ਟੂ ਦਾ ਸੈਕੰਡਰੀ ਮੈਮਰੀ। ਦੇਖੋ ਆਪਾਂ ਜੋ ਹੈ ਮੈਮਰੀਜ਼ ਦਾ ਦਿਸ ਪੋਰਸ਼ਨ ਨੂੰ ਆਪਾਂ ਕਵਰ ਕਰ ਚੁੱਕੇ ਹਾਂ, ਠੀਕ ਹੈ। ਨਾਓ ਵੀ ਹੈਡ ਦਿਸ ਪੋਰਸ਼ਨ, ਠੀਕ ਹੈ, ਆਹ ਵਾਲਾ ਪੋਰਸ਼ਨ ਆਪਾਂ ਨੇ ਕਵਰ ਕਰਨਾ ਹੈ, ਠੀਕ ਹੈ। ਤੇ ਸੈਕੰਡਰੀ ਮੈਮਰੀ ਨਾਮ ਹੀ ਹੈ ਸੈਕੰਡਰੀ, ਸੈਕਿੰਡ ਪ੍ਰਾਇੋਰਟੀ ਦਿੱਤੀ ਜਾਏਗੀ। ਜਿਹੜੇ ਸੈਕੰਡਰੀ ਸਟੋਰੇਜ ਡਿਵਾਈਸ ਵਿਚ ਆਰ ਬਿਲਟ ਇਨਟੂ ਅ ਕੰਪਿਊਟਰ ਔਰ ਕਨੈਕਟਡ ਟੂ ਦ ਕੰਪਿਊਟਰ ਆਰ ਨੋਨ ਐਜ਼ ਸੈਕੰਡਰੀ ਮੈਮਰੀ। ਸੈਕੰਡਰੀ ਸਟੋਰੇਜ ਔਰ ਸੈਕੰਡਰੀ ਮੈਮਰੀ ਸੇਮ ਥਿੰਗ। ਹੋਰ ਇਹਨੂੰ ਕੀ ਕਹਿੰਦੇ ਆ, ਇਹਨੂੰ ਐਕਸਟਰਨਲ ਮੈਮਰੀ ਤੇ ਆਕਸੀਲਰੀ ਮੈਮਰੀ ਵੀ ਕਹਿੰਦੇ ਆ, ਠੀਕ ਹੈ। ਮੈਮਰੀ ਔਰ ਸਟੋਰੇਜ ਕੁਆਇਟ ਚੇਂਜੇਬਲ ਟਰਮਸ ਹੈ, ਓਕੇ। ਜਿਹੜੇ ਸੈਕੰਡਰੀ ਮੈਮਰੀਜ਼ ਐਕਸੈਸਡ ਇਨਡਾਇਰੈਕਟਲੀ, ਦੇਖੋ ਦ ਵਰਡ ਇਜ਼ ਇਨਡਾਇਰੈਕਟਲੀ, CPU ਨੂੰ ਡਾਇਰੈਕਟਲੀ ਕਦੀ ਵੀ ਰੀਡ ਨਹੀਂ ਕਰੇਗਾ ਵਾਇਆ ਇਨਪੁਟ ਆਊਟਪੁਟ ਆਪਰੇਸ਼ਨਸ, ਇਟ ਇਜ਼ ਨੋਨ ਵੋਲਾਟਾਈਲ, ਠੀਕ ਹੈ। ਤਾਂ ਪਰਮਾਨੈਂਟਲੀ ਸਟੋਰ ਰਹੇਗਾ ਡੇਟਾ ਜੋ ਵੀ ਇਹਦੇ ਵਿੱਚ ਐਂਟਰ ਕੀਤਾ ਜਾਏਗਾ। ਦੇਖੋ ਕਹਿੰਦੇ ਕਿ ਜੇਕਰ ਇਹਨੂੰ ਡਾਇਰੈਕਟਲੀ ਐਕਸੈਸ ਨਹੀਂ ਕਰੇਗਾ ਤੇ ਫਿਰ ਡਾਟਾ ਨੂੰ ਆਪਾਂ ਰੀਡ ਕਿਵੇਂ ਕਰਾਂਗੇ, ਠੀਕ ਹੈ ਨਾ, ਹਾਰਡ ਡਿਸਕ ਦੇ ਵਿੱਚੋਂ। ਤਾਂ ਸਿੰਪਲ ਹੈ, ਪਹਿਲੇ ਸੈਕੰਡਰੀ ਮੈਮਰੀ ਟੂ ਮੇਨ ਮੈਮਰੀ ਐਂਡ ਮੇਨ ਮੈਮਰੀ ਟੂ CPU, ਓਕੇ। ਹਾਰਡ ਡਿਸਕ, ਦੇਖੋ ਇਹ ਹਾਰਡ ਡਿਸਕ ਦੀ ਇਮੇਜ ਹੈ, ਤੁਸੀਂ ਦੇਖਿਆ ਹੀ ਹੋਣਾ ਇਹਨੂੰ। ਦਿਸ ਇਹ ਕੀ ਹੈ ਆਪਣਾ, ਦਿਸ ਇਜ਼ ਦ ਰੀਡ ਰਾਈਟ ਹੈਡ, ਠੀਕ ਹੈ। ਇਹ ਜੋ ਨੀਚੇ ਵਾਲਾ ਡਿਸਕ ਹੈ ਇਹ ਮੂਵ ਕਰਦਾ ਰਹਿੰਦਾ ਹੈ, ਘੁੰਮਦਾ ਰਹਿੰਦਾ ਹੈ, ਠੀਕ ਹੈ ਜੀ। ਤੇ ਇਹਦੇ ਵਿੱਚ ਆਪਣੇ ਕੋਲ ਕੀ ਹੁੰਦੇ ਆ, ਟਰੈਕਸ ਹੁੰਦੇ ਆ, ਸੈਕਟਰਸ ਹੁੰਦੇ ਆ, ਠੀਕ ਹੈ, ਜਿਹਦੇ ਵਿੱਚ ਫਾਈਲਸ ਨੂੰ ਆਪਾਂ ਸੇਵ ਕਰਕੇ ਰੱਖਦੇ ਹਾਂ। ਜਿਵੇਂ ਕਿ ਆਹ ਦੇਖੋ ਆ ਬਣਾ ਹੋਇਆ ਹੈ ਨਾ ਆਪਣੇ ਕੋਲ ਦਿਸ ਵਨ, ਠੀਕ ਹੈ। ਇਹਦੇ ਵਿੱਚ ਕੀ ਹੈ, ਇਹ ਬਲੌਕਸ ਹੈ, ਹਰ ਇੱਕ ਬਲੌਕ ਦੇ ਵਿੱਚ ਕੁਝ ਫਾਈਲ ਦਾ ਕੁਝ ਪੋਰਸ਼ਨ ਜੋ ਹੈ ਉਹ ਸੇਵਡ ਹੈ, ਰਾਈਟ। ਤੇ ਇਹਦੇ ਵਿੱਚ ਪਾਵਰ ਪੋਰਟ, ਡੇਟਾ ਕੇਬਲ ਪੋਰਟ, ਆ ਕੁਝ ਕਨਫਿਗੂਰੇਸ਼ਨ ਪੋਰਟ ਦੇ ਰੱਖੇ ਹੈ, ਠੀਕ ਹੈ। ਡਿਸਕ ਆਰਮਸ ਹੈ, ਓਕੇ। ਇਹ ਰੀਡ ਰਾਈਟ ਹੈਡ ਘੁੰਮਦਾ ਹੈ ਤੇ ਉਸ ਪਾਰਟਿਕੂਲਰ ਲੋਕੇਸ਼ਨ ਤੇ ਜਾਂਦਾ ਜਿੱਥੇ ਤੁਸੀਂ ਉਸ ਪਾਰਟਿਕੂਲਰ ਡੇਟਾ ਨੂੰ ਰੀਡ ਕਰਨਾ ਚਾਹੁੰਦੇ ਹੋ, ਠੀਕ ਹੈ। ਜਿਵੇਂ ਇਹਦੀ ਐਗਜ਼ਾਮਪਲ ਹੈ ਕਿ ਤੁਸੀਂ ਕੋਈ ਮੂਵੀ ਦੇ ਵਿੱਚ ਦੇਖਿਆ ਹੋਣਾ, ਉਹ ਸੌਂਗਸ ਆਉਂਦੇ ਹੁੰਦੇ ਸੀ ਨਾ, ਜਸਟ ਲਾਈਕ ਵੱਡਾ ਜਿਹਾ ਬਲੈਕ ਕਲਰ ਦਾ ਫਲੋਪੀ ਵਾਂਗ ਕੁਛ ਹੁੰਦਾ ਸੀ, ਤੇ ਉਹਨੂੰ ਸੈੱਟ ਕਰਕੇ ਰੱਖ ਦਿੰਦੇ ਹੁੰਦੇ ਸੀ ਇਸ ਤਰ੍ਹਾਂ ਨਾਲ, ਠੀਕ ਹੈ। ਜਿੱਥੇ ਜਿੱਥੇ ਹੈਡ ਮੂਵ ਕਰੇਗਾ ਨਾ ਉਹ ਵਾਲਾ ਸੌਂਗ ਜੋ ਹੈ ਉਹ ਪਲੇ ਹੋਏਗਾ, ਓਕੇ। ਸੇਮ ਹੀ ਕੰਸੈਪਟ ਹਾਰਡ ਡਿਸਕ ਦਾ ਹੀ ਹੈ। ਇਟ ਇਜ਼ ਅ ਰਿਜਿਡ ਮੈਗਨੈਟਿਕ ਡਿਸਕ, ਮੈਗਨੈਟਿਕ ਡਿਸਕ ਹੈ that is used to store data, ਡੇਟਾ ਨੂੰ ਸਟੋਰ ਕੀਤਾ ਜਾਏਗਾ, ਪਰਮਾਨੈਂਟਲੀ ਸਟੋਰ ਕਰਦੀ ਹੈ ਡੇਟਾ ਨੂੰ, ਠੀਕ ਹੈ। ਦ ਹਾਰਡ ਡਿਸਕ ਇਜ਼ ਆਲਸੋ ਨੋਨ ਐਜ਼ ਹਾਰਡ ਡਰਾਈਵ, ਹਾਰਡ ਡਿਸਕ ਨੂੰ ਹਾਰਡ ਡਰਾਈਵ ਵੀ ਬੋਲ ਦਿੰਦੇ ਆ, ਠੀਕ ਹੈ। Data permanently and it is non-volatile storage, okay. The hard disk is located within a drive unit on a computer's motherboard, ਇਹ ਵੀ motherboard ਤੇ located ਹੈ and comprises one or more platters packed on a air sealed casing, ਠੀਕ ਹੈ। ਇਹ packed ਹੈ, ਠੀਕ ਹੈ ਜੀ, ਇੱਕ ਕੇਸ ਦੀ ਤਰ੍ਹਾਂ ਬਣਾ ਰੱਖਿਆ ਹੈ। ਇਹਦੇ ਵਿੱਚ ਦੇਖੋ ਇੱਕ ਡਿਵਾਈਸ ਤੁਹਾਨੂੰ ਦਿਖ ਰਿਹਾ ਹੈ, ਦਿਸ ਇਜ਼ ਦਾ ਵਨ ਪਲੇਟ ਐਂਡ ਦਿਸ ਇਜ਼ ਦਾ ਸੈਕਿੰਡ ਪਲੇਟ, ਠੀਕ ਹੈ। ਤੇ ਹਰ ਇੱਕ ਪਲੇਟ ਦਾ ਆਪਣਾ ਕੀ ਹੈ, ਇੱਕ ਰੀਡ ਰਾਈਟ ਹੈਡ ਹੈ, ਦੇਖੋ ਇਹ ਜਾ ਰਿਹਾ ਹੈ ਸੀ, ਠੀਕ ਹੈ। ਤੇ ਇਵੇਂ ਕਰਕੇ ਪੈਕ ਬਣਾ ਦਿੰਦੇ ਆ ਤੇ ਇਹ ਸਪਿਨ ਕਰੇਗਾ, ਠੀਕ ਹੈ, ਇਹ ਘੁੰਮੇਗਾ, ਰੀਡ ਰਾਈਟ ਹੈਡ ਮੂਵ ਕਰੇਗਾ ਤਾਂ ਹੀ ਆਪਾਂ ਰੀਡ ਕਰ ਸਕਦੇ ਹਾਂ ਡੇਟਾ ਨੂੰ, ਓਕੇ। ਕਿੱਥੇ ਯੂਜ਼ ਕਰਿਆ ਜਾਏਗਾ, ਜਦ ਆਪਾਂ ਨੇ ਕੋਈ ਫਾਈਲਸ ਨੂੰ ਸਟੋਰ ਕਰਨਾ, ਪਿਕਚਰਸ ਨੂੰ, ਮਿਊਜ਼ਿਕ, ਵੀਡੀਓਜ਼ ਜਾਂ ਫਿਰ ਟੈਕਸਟ ਡਾਕੂਮੈਂਟ ਕੁਛ ਨੂੰ ਵੀ ਸਟੋਰ ਕਰਨਾ ਚਾਹੋਗੇ, ਰਾਈਟ। ਦੈਨ ਵੀ ਹੈਵ ਅ SSD। ਦੇਖੋ ਪਹਿਲੇ ਜਦੋਂ ਤੁਸੀਂ ਕੰਪਿਊਟਰ ਲੈਂਦੇ ਸੀ ਤੁਸੀਂ ਕਹਿੰਦੇ ਸੀ ਹਾਰਡ ਡਿਸਕ ਕਿੰਨੀ GB ਦੀ ਹੈ, ਜਿਵੇਂ 256, ਰਾਈਟ, 64 GB, ਬਹੁਤ ਹਿਊਜ ਕੁਆਂਟਿਟੀ ਦੇ ਵਿੱਚ ਹੁੰਦੀ ਹੈ। ਤੇ ਹੁਣ ਅੱਜ ਕੱਲ੍ਹ ਦੇ ਜੋ ਲੈਪਟਾਪਸ ਆ ਰਹੇ ਹੈ ਉਹ ਕੀ ਯੂਜ਼ ਕਰਦੇ ਆ, ਉਹ SSD ਯੂਜ਼ ਕਰਦੇ ਹੈ, ਠੀਕ ਹੈ। SSD ਕੀ ਹੈ, ਸੋਲਿਡ ਸਟੇਟ ਡਰਾਈਵ, ਇਹ ਵੀ ਨੋਨ ਵੋਲਾਟਾਈਲ ਸਟੋਰੇਜ ਹੀ ਹੈ। ਦੇਖੋ ਹਾਰਡ ਡਿਸਕ ਦੀ ਡਿਸਐਡਵਾਂਟੇਜ ਕੀ ਸੀ ਕਿ ਇਹਦਾ ਨਾ ਇਹ ਜੋ ਰੀਡ ਰਾਈਟ ਹੈਡ ਹੈ ਇਹ ਹਿਲ ਜਾਂਦਾ ਸੀ, ਠੀਕ ਹੈ, ਕਿਉਂਕਿ ਕਾਫੀ ਕੁਛ ਚੀਜ਼ਾਂ ਹੈ ਤੇ ਇਹ ਕੀ ਹੈ, ਇੱਕ ਤਰ੍ਹਾਂ ਨਾਲ ਪੈਕਡ ਚੀਜ਼ ਹੈ ਤੇ ਇਹ ਬਹੁਤ ਜ਼ਿਆਦਾ ਫਾਸਟ ਹੈ ਐਜ਼ ਕੰਪੇਅਰ ਟੂ ਹਾਰਡ ਡਿਸਕ, ਠੀਕ ਹੈ। ਤੇ ਇਹਦੇ ਬਹੁਤ ਜ਼ਿਆਦਾ ਐਡਵਾਂਟੇਜਿਸ ਹੈ, ਜਿਵੇਂ ਕਿ ਫਾਸਟ ਐਕਸੈਸ ਟਾਈਮ ਹੈ, ਨੋਇਜ਼ਲੈਸ ਆਪਰੇਸ਼ਨ ਪਰਫੋਰਮ ਕਰਦੀ ਹੈ, ਲੈਸ ਪਾਵਰ ਲੈ ਰਹੀ ਹੈ ਤੇ ਮੈਨੀ ਮੋਰ। ਐਜ਼ ਦ ਕੋਸਟ ਆਫ SSD ਹੈਜ਼ ਕਮ ਡਾਊਨ, ਮਤਲਬ ਪਹਿਲੇ ਬਹੁਤ ਮਹਿੰਗੇ ਸੀ ਤੇ ਹੁਣ ਕੀ ਹੈ, ਥੋੜ੍ਹੇ ਸਸਤੇ ਹੈ। ਤੇ ਲੈਪਟਾਪ ਦੇ ਵਿੱਚ ਕੀ ਹੈ, ਬਹੁਤ ਜ਼ਿਆਦਾ ਆਈਡਲ ਹੈ ਯੂਜ਼ ਕਰਨਾ SSD, ਠੀਕ ਹੈ। ਤੇ ਦੱਸ ਹੀ ਰਹੇ, ਓਕੇ ਓਕੇ। ਦੈਨ ਪੈਨ ਡਰਾਈਵ, ਆਪਾਂ ਪੈਨ ਡਰਾਈਵ ਸਭ ਨੇ ਯੂਜ਼ ਕੀਤੀ ਹੈ ਆਪਣੀ ਲਾਈਫ ਦੇ ਵਿੱਚ, ਹੈ ਨਾ। ਪੈਨ ਡਰਾਈਵ ਕੀ ਹੈ, ਕੰਪੈਕਟ ਸੈਕੰਡਰੀ ਸਟੋਰੇਜ ਡਿਵਾਈਸਿਸ ਹੈ, ਆਲਸੋ ਨੋਨ ਐਜ਼ USB ਫਲੈਸ਼ ਡਰਾਈਵ। USB ਦੀ ਫੁੱਲ ਫਾਰਮ ਕੀ ਹੁੰਦੀ ਹੈ ਬੱਚੇ, ਕਮੈਂਟ ਦੇ ਵਿੱਚ ਲਿਖੋ। ਉਹ ਯੈਸ ਕੀਤਾ, ਦੈਟ ਇਜ਼ ਯੂਨੀਵਰਸਲ ਬਸ
ਯੂਨੀਵਰਸਲ ਸੀਰੀਅਲ ਬੱਸ, ਵੈਰੀ ਗੁੱਡ। ਠੀਕ ਹੈ, ਥੰਬ ਡਰਾਈਵ ਔਰ ਜੰਪ ਡਰਾਈਵ ਵੀ ਕਹਿ ਦਿੰਦੇ ਆ ਇਹਨੂੰ। ਇਹ ਕਨੈਕਟ ਕਰਦੀ ਹੈ ਕੰਪਿਊਟਰ ਨੂੰ USB ਪੋਰਟ ਦੇ ਥਰੂ, ਜੋ ਕਾਮਨਲੀ ਯੂਜ਼ ਟੂ ਸਟੋਰ ਦਾ ਡੇਟਾ ਟ੍ਰਾਂਸਫਰ ਬਿਟਵੀਨ ਦਾ ਕੰਪਿਊਟਰ। ਠੀਕ ਹੈ ਨਾ, ਜਦੋਂ ਤੁਸੀਂ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਦੇ ਵਿੱਚ ਕੋਈ ਸੌਫਟਵੇਅਰ ਪਾਉਣਾ ਹੁੰਦਾ, ਆਪਾਂ ਨੋਰਮਲੀ ਕਦੇ ਪੈਨ ਡਰਾਈਵ ਲਗਾਉਂਦੇ ਹਾਂ ਤੇ ਡੇਟਾ ਕਾਪੀ ਕਰ ਲੈਂਦੇ ਹਾਂ। ਠੀਕ ਹੈ, ਸਿੰਪਲ, ਇਹ ਸਭ ਨੂੰ ਪਤਾ ਹੀ ਹੈ, ਰਾਈਟ। then the major difference between the SSD and HDD, SSD solid state drive and hard disk drive ਕੀ ਹੈ? ਦੇਖੋ SSD faster ਸੀ, ਇਹ ਕੀ ਹੈ, ਬਹੁਤ ਫਾਸਟ ਕੰਮ ਕਰਦੀ ਹੈ, ਇਹ ਸਲੋ ਕਰਦੀ ਹੁੰਦੀ ਸੀ। ਠੀਕ ਹੈ, ਪਰ ਇਹਦਾ ਜੋ ਲਾਈਫ ਸਪੈਨ ਹੈ, ਠੀਕ ਹੈ, ਉਹ ਛੋਟਾ ਹੈ। ਤੇ ਹਾਰਡ ਡਿਸਕ ਦਾ ਲਾਈਫ ਸਪੈਨ ਕੀ ਸੀ, ਜ਼ਿਆਦਾ ਵਧੀਆ ਸੀ। ਇਹ ਐਕਸਪੈਂਸਿਵ ਹੈਗੀ ਹੈ, ਇਹ ਚੀਪਰ ਹੈ ਐਜ਼ ਕੰਪੇਅਰ ਟੂ SSD। ਇਹ ਕਹਿ ਰਹੇ ਕਿ ਨੋਨ ਮਕੈਨੀਕਲ ਬਟ ਇਹ ਮਕੈਨੀਕਲ ਦਾ ਮਤਲਬ ਕਿ ਇਹਦੇ ਵਿੱਚ ਮੂਵਿੰਗ ਪਾਰਟਸ, ਜਿਵੇਂ ਆਪਾਂ ਦੇਖ ਕੇ ਆਏ ਨਾ ਕਿ ਰੀਡ ਰਾਈਟ ਹੈਡ ਸੀਗਾ, ਤੇ ਇਹਦੇ ਕਾਰਨ ਇਹ ਫ੍ਰਿਜਾਈਲ ਹੈ, ਈਜ਼ੀਲੀ ਬ੍ਰੇਕ ਹੋ ਸਕਦੀ ਹੈ। ਤੁਸੀਂ ਨੋਰਮਲੀ ਦੇਖੋ ਕਿ ਜਦੋਂ ਪਹਿਲੇ ਲੈਪਟਾਪ ਲੈ ਕੇ ਜਾ ਰਹੇ ਹੋ, ਠੀਕ ਹੈ, ਥੋੜਾ ਝਟਕਾ ਲੱਗਦਾ ਸੀ, ਤੁਹਾਡੀ ਹਾਰਡ ਡਿਸਕ ਕੀ ਹੋ ਜਾਂਦੀ ਸੀ, ਹਿਲ ਜਾਂਦੀ ਸੀ। ਤੁਸੀਂ ਸਲਾਈਡ ਕਰਦੇ ਹੁੰਦੇ ਹੋ ਨਾ ਕਿ ਉਹ ਆਪਣੀ ਜਗ੍ਹਾ ਤੇ ਵਾਪਸ ਚਲੀ ਜਾਏ, ਇਹ ਫ੍ਰਿਜਾਈਲ ਹੈ, ਹਿਲ ਜਾਂਦੀ ਹੈ। ਤੇ ਕਹਿੰਦੇ ਸ਼ੌਕ ਰੈਸਿਸਟੈਂਸ, ਇਹ ਕੀ ਹੈ, ਕੰਪਲੈਕਸ ਹੈ, ਇਹ ਮੋਰ ਸ਼ੌਕ ਰੈਸਿਸਟ ਕਰ ਲੈਂਦੀ ਹੈ। ਠੀਕ ਹੈ, ਜਦੋਂ ਤੁਸੀਂ ਗੇमिंग ਐਪਸ ਯੂਜ਼ ਕਰਨੇ ਤੇ ਯੂਜ਼ ਕਰੋਗੇ, ਮੂਵੀ ਫੋਟੋ ਐਕਸਟਰਾ ਲਈ ਤੁਸੀਂ ਯੂਜ਼ ਕਰ ਸਕਦੇ ਹੋ। ਠੀਕ ਹੈ, ਓਕੇ। ਪੈਨ ਡਰਾਈਵ ਦੀ ਰੇਂਜ ਕਿੰਨੀ ਹੈ, 2 GB ਤੋਂ 128 GB ਤੱਕ ਮਿਲ ਜਾਏਗੀ ਤੁਹਾਨੂੰ। ਠੀਕ ਹੈ, ਪੈਨ ਡਰਾਈਵ ਨੋਰਮਲੀ ਰੇਂਜ। ਓਕੇ, ਦੈਨ ਵੀ ਹੈਵ ਅ SD ਕਾਰਡ। SD ਕਾਰਡ ਕੀ ਹੁੰਦਾ ਹੈ, ਸਿਕਿਉਰ ਡਿਜੀਟਲ ਕਾਰਡ, ਇਹਦੀ ਫੁੱਲ ਫਾਰਮ ਇੰਪੋਰਟੈਂਟ ਹੈ। ਠੀਕ ਹੈ, ਇਹ ਕੀ ਹੈ, ਪੋਰਟੇਬਲ ਹੈ, ਮਤਲਬ ਜਿਸਨੂੰ ਕੈਰੀ ਕਰਨਾ ਈਜ਼ੀ ਹੈ। ਤੇ ਇਹਨੂੰ ਆਪਾਂ ਇੱਕ ਹੁਣ ਦੇਖੋ, ਸਪੋਜ਼ ਕਰੋ ਕਿ ਤੁਸੀਂ ਆਪਣੇ ਡਿਜੀਟਲ ਕੈਮਰਾ ਦੇ ਵਿੱਚ ਇੱਕ SD ਕਾਰਡ ਲਗਾਇਆ ਹੋਇਆ ਸੀ। ਹੁਣ ਤੁਸੀਂ ਉਹ ਵਾਲਾ ਜੋ ਡੇਟਾ ਹੈ ਆਪਣੇ ਲੈਪਟਾਪ ਦੇ ਵਿੱਚ ਟ੍ਰਾਂਸਫਰ ਕਰਨਾ ਹੈ, ਤੁਸੀਂ ਸਿੰਪਲੀ ਕੀ ਕਰੋਗੇ, SD ਕਾਰਡ ਨੂੰ ਇਨਸਰਟ ਕਰੋਗੇ ਲੈਪਟਾਪ ਦੇ ਵਿੱਚ, ਤੇ ਸਾਰੀ ਫਾਈਲਸ ਕੀ ਟ੍ਰਾਂਸਫਰ ਹੋ ਜਾਏਗੀ ਇੱਥੇ। ਸੇਮ ਪੈਨ ਡਰਾਈਵ ਦੀ ਤਰ੍ਹਾਂ ਹੀ ਕੰਮ ਕਰੇਗਾ। ਓਕੇ, then we have CD, ਸਭ ਤੋਂ ਫੇਵਰੇਟ CD ਸਭ ਨੇ ਯੂਜ਼ ਕਰ ਰੱਖੀ ਹੈ, ਰਾਈਟ। CD ਦੀ ਫੁੱਲ ਫਾਰਮ ਕੀ ਹੁੰਦੀ ਸੀ, ਕੰਪੈਕਟ ਡਿਸਕ। ਠੀਕ ਹੈ, ਇਹ ਵੀ ਕੀ ਸੈਕੰਡਰੀ ਸਟੋਰੇਜ ਡਿਵਾਈਸ ਹੈ ਇਨ ਦ ਸ਼ੇਪ ਆਫ ਰਾਊਂਡ ਮੀਡੀਅਮ ਡਿਸਕ। ਸੀ ਹੇਅਰ ਦ CD। ਠੀਕ ਹੈ, ਤੇ ਦ ਫਸਟ CD ਵਾਸ ਕ੍ਰੀਏਟਡ ਔਨ 17th of August 1982 ਦੇ ਵਿੱਚ, ਫਿਲਿਪਸ ਇਨ ਜਰਮਨੀ। ਓਕੇ, ਇਟ ਵਾਸ ਬਿਗਨਿੰਗ storing and playing the sound recordings that it was used for the storing documents audio files। ਜਦੋਂ ਸਟਾਰਟ ਕੀਤਾ ਗਿਆ ਤੇ ਉਦੋਂ ਸਿਰਫ ਸਾਊਂਡ ਫਾਈਲਸ ਨੂੰ ਹੀ ਸਟੋਰ ਕਰਨ ਦੇ ਲਈ ਯੂਜ਼ ਕੀਤਾ ਗਿਆ, ਪਰ ਬਾਅਦ ਦੇ ਵਿੱਚ ਤੁਸੀਂ ਇਹਦੇ ਵਿੱਚ ਕੋਈ ਵੀਡੀਓ ਪਾਣੀ ਸੀ, ਕੋਈ ਡਾਕੂਮੈਂਟ ਜਾਂ ਆਡੀਓ ਫਾਈਲ, ਠੀਕ ਹੈ, ਤੇ CD ਨੂੰ ਆਪਾਂ ਮਲਟੀਪਰਪਜ਼ ਕੰਮ ਦੇ ਲਈ ਯੂਜ਼ ਕਰ ਸਕਦੇ ਸੀ। ਇਹਦਾ ਸਿੰਪਲੀ ਜੋ ਸਟੋਰੇਜ ਸੀਗੀ ਉਹ 700 MB ਤੱਕ ਸੀਗੀ, ਹੈ ਨਾ, 700 MB ਬਹੁਤ ਘੱਟ ਹੈ। ਤੇ ਇਹਨੂੰ ਤੁਸੀਂ ਸਿਰਫ ਇੱਕ ਵਾਰ ਬਰਨ ਕਰਤਾ, ਮਤਲਬ ਇੱਕ ਵਾਰ ਇਹਦੇ ਵਿੱਚ ਡਾਟਾ ਪਾਤਾ, ਤੇ ਤੁਸੀਂ ਇਹਨੂੰ ਦੁਬਾਰਾ ਤੋਂ ਇਰੇਜ਼ ਕਰਕੇ ਡੇਟਾ ਨੂੰ ਨਹੀਂ ਪਾ ਸਕਦੇ। ਠੀਕ ਹੈ, ਇਹਦੀ ਲਿਮਿਟੇਸ਼ਨ ਸੀਗੀ। ਓਕੇ, ਦੈਨ ਵੀ ਹੈਵ ਅ DVD। DVD ਕੀ ਹੈ, ਡਿਜੀਟਲ ਵਰਸਟਾਈਲ ਡਿਸਕ ਔਰ ਡਿਜੀਟਲ ਵੀਡੀਓ ਡਿਸਕ, ਦੋਨੋਂ ਕਰੈਕਟ ਇਹਦੇ ਐਬਰੀਵੇਸ਼ਨਸ ਹੈ। ਇਟ ਇਜ਼ ਅ ਟਾਈਪ ਆਫ ਆਪਟੀਕਲ ਮੀਡੀਆ ਯੂਜ਼ ਫॉर द स्टोरिंग ऑप्टिकल डेटा। ठीक है, कह रहे सेम साइज जितना CD का साइज है, बट ये जो कैपेसिटी है बहुत ज़्यादा है एज कम्पेयर टू द CD। सो वाइडली यूज फॉर द स्टोरिंग एंड व्यूइंग मूवीज। ठीक है, टू डिस्ट्रीब्यूट द सॉफ्टवेयर प्रोग्राम एज दे आर टू लार्ज टू फिट ऑन अ CD। कहते CD ਦੇ ਵਿੱਚ ਨਹੀਂ ਫਿਟ ਆਉਂਦੇ ਸੀਗੇ ਤੇ ਉਹ DVD ਦੇ ਵਿੱਚ ਆਉਂਦੇ ਆ। ਤੁਸੀਂ ਦੇਖੋ ਕਿ ਅਰਲੀਅਰ CD ਬੰਦੀ ਹੁੰਦੀ ਸੀ, ਹੈ ਨਾ, ਤੇ ਵੈਡਿੰਗ ਫਿਲਮਸ 3 to 4 CDs ਦੇ ਵਿੱਚ ਕੰਪਲੀਟ ਹੁੰਦੀ ਸੀ। ਬਟ ਨਾਓ ਜਦੋਂ DVD ਆਈ, ਠੀਕ ਹੈ, DVD ਆਈ ਤੇ ਇੱਕ DVD ਮੈਕਸਿਮਮ 2 DVD ਦੇ ਵਿੱਚ ਤੁਹਾਡੀ ਪੂਰੀ ਦੀ ਪੂਰੀ ਜੋ ਵੈਡਿੰਗ ਮੂਵੀ ਸੀ ਉਹ ਪੂਰੀ ਦੀ ਪੂਰੀ ਕੀ ਹੋ ਜਾਂਦੀ ਸੀ, ਸੇਵ ਹੋ ਜਾਂਦੀ ਹੈ। ਠੀਕ ਹੈ, ਤੇ ਇਹਦੀ ਸਟੋਰੇਜ ਬਹੁਤ ਜ਼ਿਆਦਾ ਹੈ ਐਜ਼ ਕੰਪੇਅਰ ਟੂ ਦ CD। ਹੁਣ DVD ROM क्या है, DVD ROM is a type of DVD। ठीक है, then we have DVD R and DVD RW। ROM की है, पढ़ के आया, रीड ओनली मेमोरी। ठीक है, सिंपल रीड करेगा। R की है राइटेबल, कि एक बार राइट करता डेटा तो उस तो बाद तुसी हर ਵੇਲੇ ਨੂੰ रीड ही करते जाओगे। then you have RW that is रीराइटेबल और इरेजेबल। सो तुसी ने डिलीट किया फिर डेटा पा लिया, डिलीट किया पा लिया। ठीक है, ये सिस्टम है ਇਹਦਾ। ओके, देन वी हैव अ वर्चुअल मेमोरी। देखो नाम है वर्चुअल मेमोरी, जो एग्जिस्ट नहीं कर रही। ठीक है ना, मतलब ਤੁਹਾਨੂੰ ਦਿਖੇਗੀ नहीं, बट फिर भी किसी ना किसी तरह CPU ਦੇ ਨਾਲ ਕਨੈਕਟਡ ਹੈ ਤੇ ਕੰਮ ਕਰਦੀ ਹੈ, मतलब एक इल्यूजन है। ਤੁਸੀਂ ਕਹਿ ਸਕਦੇ ਹੋ कि वर्चुअल मेमोरी की है, वर्चुअल मेमोरी एक इल्यूजन है, दैट इज अ इल्यूजन।
illusion of a very large memory. कह रहे दिस इज ऑन अ हार्ड डिस्क वेयर द CPU uses an extended RAM। देखो क्वेश्चन है, सपोज करो कि ਤੁਹਾਡਾ जो CPU ਦੀ कैपेसिटी है ना वो 20 MB ਦੀ है। मैं बहुत कट लेके चल रही हूँ फॉर एग्जाम्पल। ठीक है, तो ਤੁਹਾਡੇ ਕੋਲ ਕੋਈ ਪ੍ਰੋਸੈਸ ਹੈ ਜਿਹਦਾ ਸਾइज है 30 MB। ठीक है, क्या ਇਹ CPU ਨੂੰ ਐਗਜ਼ੀਕਿਊਟ ਕਰ ਪਾਏਗਾ? क्वेश्चन है ਤੁਹਾਡੇ ਲਈ, क्या CPU इसਨੂੰ ਐਗਜ਼ੀਕਿਊਟ कर पाएगा? देखो ना, कैपेसिटी है 20 MB दी, ਤੁਹਾਡੇ ਕੋਲ प्रोसेस है 30 MB दी, क्या ये वर्क करेगा? बिल्कुल करेगा। हाउ? विद द कंसेप्ट ऑफ वर्चुअल मेमोरी। किवें? देखो 20 MB अपने कोल है स्पेस ਤੇ ਇਹ ਕਿੰਨਾ 30 MB ਤੇ ਫਰਸਟ 20 MB ਇਹਦੇ ਵਿੱਚ ਆਇਆ। ਠੀਕ ਹੈ, 30 ਦੇ ਵਿੱਚੋਂ 20 ਆਪਾਂ ਨੇ ਇਹਦੇ ਚ ਪਾਇਆ। ਹੁਣ ਇਹ 20 ਦਾ ਕੰਮ ਹੋ ਗਿਆ ਤੇ ਉਰੇ ਕਿੰਨਾ ਬਚ ਗਿਆ 10 MB, ਰਾਈਟ? 10 MB। ਤੁਸੀਂ ਕੀ ਕਰੋਗੇ, ਇਹਦੇ ਵਿੱਚ ਜੋ 10 MB ਨਹੀਂ ਚਾਹੀਦਾ ਆਪਾਂ ਨੂੰ, ਆਪਾਂ ਇੱਥੇ ਵਿੱਚ ਸਵੈਪ ਕੀਤਾ ਤੇ ਪੂਰਾ ਦਾ ਪੂਰਾ ਕੀ ਹੋ ਗਿਆ, ਐਗਜ਼ੀਕਿਊਟ ਹੋ ਗਿਆ। ਠੀਕ ਹੈ ਨਾ, ਸਵੈਪ ਆਊਟ ਤੇ ਸਵੈਪ ਇਨ ਦਾ ਕਨਸੈਪਟ ਹੈ ਇਹਦੇ ਵਿੱਚ। ਓਕੇ, ਕਲੀਅਰ? ਆਈ ਹੋਪ ਕਲੀਅਰ ਹੋਏਗਾ। ਤੇ ਇਹਦੇ ਵਿੱਚ ਆਪਾਂ ਨੂੰ ਹੀਰਾਰਕੀ ਦੁਬਾਰਾ ਹੈ, ਜਿਵੇਂ ਕਿ CPU ਇਜ਼ ਡਾਇਰੈਕਟਲੀ ਕਨੈਕਟਡ ਟੂ ਕੈਸ਼ੇ, कैश इज डायरेक्टली कनेक्टेड टू प्राइमरी एंड प्राइमरी इज डायरेक्टली कनेक्टेड टू द हार्ड डिस्क। ये आपस ਦੇ ਵਿੱਚ कम्युनिकेट करेंगे। ओके, तो एक्सेस टाइम है प्राइमरी मेमोरी इज मच फास्टर, तो एक ही है स्लोअर है। स्टोरेज कैपेसिटी छोटी है तो एक ही है ज़्यादा। कोस्ट की है ਇਹਦੀ हायर है तो ਇਹਦੀ लोअर है। ਤੁਸੀਂ ਦੇਖੋ ਕਿ ਤੁਸੀਂ ਇੱਕ ਪੈਨ ਡਰਾਈਵ ਖਰੀਦਾ 64 GB ਦਾ, राइट, या फिर 8 GB ले लो। 8 GB ਦਾ ਪੈਨ ਡਰਾਈਵ ਤੁਹਾਨੂੰ ਕਿੰਨੇ ਦਾ ਮਿਲ ਜਾਏਗਾ? 700 to 800, ਰਾਈਟ। ਤੇ ਜੇ ਮੈਂ ਕਹਾਂ ਕਿ ਰੈਮ ਲਓ 8 GB ਦੀ, ਤੁਹਾਨੂੰ ਕਿੰਨੇ ਦੀ ਮਿਲੇਗੀ? 5000 ਤੱਕ ਮਿਲੇਗੀ। ਦੇਖੋ ਕਿੰਨਾ ਗੈਪ ਹੈ, ਰਾਈਟ। ਤਾਂ ਇਹ ਕਹਿ ਰਹੇ ਕਿ ਜੋ ਕੋਸਟ ਹੈ ਨਾ ਪ੍ਰਾਇਮਰੀ ਮੈਮਰੀ ਉਹ ਹਾਈ ਹੈ ਤੇ ਸੈਕੰਡਰੀ ਮੈਮਰੀ ਦੀ ਲੋ ਹੈ। ਓਕੇ, ਇਹ ਮੈਮਰੀ ਦਾ ਕਨਸੈਪਟ ਆਪਣਾ ਫਿਨਿਸ਼ ਹੈ। ਅਗਰ ਤੁਹਾਨੂੰ ਇਹਦੇ ਵਿੱਚ ਕੋਈ ਡਾਊਟ ਹੈ ਦੈਨ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ। ਤੇ ਅਗਰ ਤੁਹਾਨੂੰ ਇਹ ਵੀਡੀਓ ਚੰਗਾ ਲੱਗਿਆ ਤੇ hit the like button, share with your friends and don't forget to subscribe the channel.